ਵੈਰੀ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ 15 ਜਨਵਰੀ ਨੂੰ ਜਿਹੜਾ ਸਟੇਟ ਦਾ 8ਵੀਂ ਦਾ ਟੈਸਟ ਹੋਇਆ ਬੇਟਾ ਜੀ, ਇਹ ਫਾਈਨਲ ਪੇਪਰਸ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਇਹਦਾ ਹੀ ਸੋਲਿਊਸ਼ਨ ਅੱਜ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ। ਸਭ ਤੋਂ ਪਹਿਲੇ ਆਪਾਂ ਇਹਦੇ ਸੋਲਿਊਸ਼ਨ ਨੂੰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਜਿਹੜੇ ਤੁਹਾਡੇ ਅਗਲੇ ਟੈਸਟ ਹੈ ਜਿਹਦੇ 'ਚ ਧੁਨੀ ਤੇ ਪ੍ਰਕਾਸ਼ ਚੈਪਟਰ ਹੈ, ਉਹ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ, ਉਹਨੂੰ ਵੀ ਡਿਸਕਸ ਕਰਾਂਗੇ। ਪਰ ਸਭ ਤੋਂ ਪਹਿਲੇ ਇਸ ਟੈਸਟ ਦਾ ਸੋਲਿਊਸ਼ਨ ਕਰਦੇ ਹਾਂ। ਹੇਠ ਲਿਖਿਆ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ? ਜ਼ਿੰਕ, ਫਾਸਫੋਰਸ, ਸਲਫਰ, ਆਕਸੀਜਨ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਤੁਹਾਡਾ ਵੀਕਲੀ ਟੈਸਟ ਸੀ, ਧਾਤਾਂ ਅਤੇ ਅਧਾਤਾਂ ਚੋਂ ਹੈ ਅਤੇ ਨਾਲ ਹੀ ਨਾਲ ਜਿਹੜਾ ਪੰਜਵਾਂ ਚੈਪਟਰ ਤੁਹਾਡਾ ਕੋਲਾ ਅਤੇ ਪੈਟਰੋਲੀਅਮ, ਠੀਕ ਹੈ ਨਾ, ਉਹਦੇ ਵਿੱਚੋਂ ਤੁਹਾਡਾ ਇਹ ਟੈਸਟ ਸੀਗਾ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ ਔਰ ਫਾਈਨਲ ਐਗਜ਼ਾਮਸ ਲਈ ਵੀ ਜਿਹੜਾ ਇਹ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ? ਬੇਟਾ ਜੀ, ਜ਼ਿੰਕ, ਫਾਸਫੋਰਸ, ਸਲਫਰ, ਆਕਸੀਜਨ। ਵਿਚ ਆਫ ਦ ਫੋਲੋਇੰਗ ਕੈਨ ਬੀ ਬੀਟਨ ਇਨਟੂ ਸ਼ੀਟਸ? ਜ਼ਿੰਕ, ਫਾਸਫੋਰਸ, ਸਲਫਰ, ਆਕਸੀਜਨ। ਤਾਂ ਬੇਟਾ ਜੀ, ਤੁਹਾਨੂੰ ਇਹ ਪਤਾ ਕਿ ਫਾਸਫੋਰਸ, ਸਲਫਰ, ਆਕਸੀਜਨ ਤਿੰਨੋਂ ਹੀ ਨੌਨ ਮੈਟਲਸ ਨੇ ਤੇ ਆਪਾਂ ਕਿਹਨੂੰ ਕੁੱਟ ਕੇ ਚਾਦਰਾਂ 'ਚ ਬਦਲ ਸਕਦੇ ਹਾਂ? ਮੈਟਲਸ ਨੂੰ। ਤੇ ਇਹਨਾਂ 'ਚੋਂ ਮੈਟਲ ਯਾਨੀ ਕਿ ਧਾਤ ਕਿਹੜੀ ਹੈ? ਜ਼ਿੰਕ, ਠੀਕ ਹੈ ਜੀ। ਅਗਲਾ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ, ਡੈਸ਼ ਅਤੇ ਡੈਸ਼ ਕੁਦਰਤੀ ਗੈਸ ਫੋਸਿਲ ਬਾਲਣ ਹੈ। ਬੇਟਾ ਜੀ, ਇਹ ਜਿਹੜਾ ਕੁਐਸਚਨ ਹੈ ਇਹ ਤੁਹਾਡੀ ਖਾਲੀ ਸਥਾਨ 'ਚੋਂ ਪੁੱਛਿਆ ਗਿਆ ਸੀ ਔਰ ਤੁਹਾਨੂੰ ਇਹ ਪਤਾ ਹੈ ਕਿ ਇਹਦਾ ਆਨਸਰ ਤੁਹਾਡੇ ਲੈਸਨ ਦਾ ਨਾਮ ਹੀ ਹੈ ਕੋਲਾ ਅਤੇ ਪੈਟਰੋਲੀਅਮ, ਕਿਉਂਕਿ ਆਪਾਂ ਜਿਹੜੇ ਸਭ ਤੋਂ ਇੰਪੋਰਟੈਂਟ ਫੋਸਿਲ ਬਾਲਣ ਕੀਤੇ ਹੈ ਕੋਲਾ ਅਤੇ ਪੈਟਰੋਲੀਅਮ ਹੀ ਕੀਤੇ ਨੇ, ਯਾਨੀ ਕੋਲ ਔਰ ਪੈਟਰੋਲ ਔਰ ਪੈਟਰੋਲੀਅਮ ਜੋ ਵੀ ਤੁਸੀਂ ਲਿਖ ਸਕਦੇ ਹੋ, ਠੀਕ ਹੈ। these both are fossil fuels or we can say these both are ਪਥਾਰਟੀ ਬਾਲਣ ਔਰ ਕੁਦਰਤੀ ਗੈਸ ਤੇ ਹੈ ਹੀ ਹੈ। ਅਗਲਾ ਕੁਐਸਚਨ ਥਰਡ ਵੀ ਤੁਹਾਡੀ ਜਿਹੜੀ ਹੈ ਖਾਲੀ ਥਾਂ 'ਚੋਂ ਆਇਆ ਸੀ। ਇਹਦਾ ਮਤਲਬ ਬੇਟਾ ਤੁਸੀਂ ਮਲਟੀਪਲ ਚੁਆਇਸ ਦੇ ਨਾਲ, MCQs ਦੇ ਨਾਲ ਨਾਲ ਚੈਪਟਰ ਦੇ ਜਿਹੜੇ ਖਾਲੀ ਥਾਂ ਹੈ ਜਾਂ ਸਹੀ ਗਲਤ ਹੈ ਉਹ ਜ਼ਰੂਰ ਕਰਨੇ ਹੈ। ਪੈਟਰੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦੇ ਪ੍ਰਕਰਮ ਨੂੰ ਅਸੀਂ ਕੀ ਕਹਿੰਦੇ ਹਾਂ ਬੇਟਾ ਜੀ? ਪੰਜਾਬੀ 'ਚ ਅਸੀਂ ਕਹਿੰਦੇ ਹਾਂ ਸੁਧਾਈ ਕਰਨਾ। ਸੁਧਾਈ ਇੱਕ ਆਉਂਦਾ ਔਰ ਇੰਗਲਿਸ਼ 'ਚ ਆਪਾਂ ਇਹਨੂੰ ਰਿਫਾਈਨਿੰਗ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ ਜੀ? ਰਿਫਾਈਨਿੰਗ। ਅੱਛਾ ਜੀ, ਫੋਰਥ ਕੁਐਸਚਨ ਬਹੁਤ ਇੰਪੋਰਟੈਂਟ ਸੀ। ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦੂਸ਼ਣ ਬਾਲਣ ਕੀ ਹੈ? ਲੀਸਟ ਪੋਲਿਊਟਿੰਗ ਫਿਊਲਸ ਫॉर ਵਹੀਕਲ ਇਜ਼, ਤੋ ਦੈਟ ਇਜ਼, ਤੁਹਾਨੂੰ ਸਭ ਨੂੰ ਪਤਾ ਹੈ ਜੀ, CNG, ਠੀਕ ਹੈ ਜੀ। CNG ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਕੰਪਰੈਸਡ ਨੈਚੁਰਲ ਗੈਸ ਔਰ ਪੰਜਾਬੀ 'ਚ ਇਹਨੂੰ ਆਪਾਂ ਕਹਿ ਦਿੰਦੇ ਹਾਂ ਨਿਰਪੀੜਤ ਕੁਦਰਤੀ ਗੈਸ, ਠੀਕ ਹੈ। ਅਗਲੇ ਜਿਹੜੇ ਚਾਰ ਸੀ ਉਹ ਸੀ ਤੁਹਾਡੇ ਜੀ ਸਹੀ ਗਲਤ, ਠੀਕ ਹੈ ਜੀ। ਸਹੀ ਗਲਤ, ਕੋਕ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ ਤੇ ਇਹ ਜੀ ਬਿਲਕੁਲ ਠੀਕ ਸੀ ਕਿ ਜਿਹੜਾ ਕੋਕ ਹੁੰਦਾ ਹੈ ਉਹ ਕਾਰਬਨ ਦਾ ਬਿਲਕੁਲ ਸ਼ੁੱਧ ਰੂਪ ਹੁੰਦਾ ਹੈ। ਕੋਕ ਇਜ਼ ਦ ਆਲਮੋਸਟ ਪਿਓਰ ਫਾਰਮ ਆਫ ਕਾਰਬਨ, ਟਰੂ। ਕੋਲ ਤਾਰ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੈ ਔਰ ਇਹ ਵੀ ਜਿਹੜਾ ਠੀਕ ਗਲਤ ਹੈ, ਬਿਲਕੁਲ ਸਹੀ ਸੀ ਕਿ ਜਿਹੜਾ ਕੋਲ ਤਾਰ ਹੈ, ਕੋਲ ਤਾਰ ਇਜ਼ ਦ ਮਿਕਸਚਰ ਆਫ ਵੇਰੀਅਸ ਸਬਸਟੈਂਸਸ, ਤਾਂ ਇਹ ਵੀ ਬਿਲਕੁਲ ਠੀਕ ਹੈ, ਟਰੂ। ਮਿੱਟੀ ਦਾ ਤੇਲ ਇੱਕ ਪਤਾੜ ਬਾਲਣ ਨਹੀਂ ਹੈ। ਬੱਚਿਆਂ ਦਾ ਇਹ ਮੋਸਟਲੀ ਗਲਤ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਨਹੀਂ ਜਿਹੜਾ ਵਰਡ ਹੈ ਉਹਨੂੰ ਨਹੀਂ ਪੜ੍ਹਿਆ, ਹੈ ਨਾ। ਉਹਨਾਂ ਨੇ ਕਿਹਾ ਕਿ ਮਿੱਟੀ ਦਾ ਤੇਲ ਇੱਕ ਪਤਾੜ ਬਾਲਣ ਹੈ ਜੀ, ਚਲੋ ਜੀ ਬਿਲਕੁਲ। ਔਰ ਜਦਕਿ ਇਹਦਾ ਕੀ ਹੈ ਕਿ ਮਿੱਟੀ ਦਾ ਤੇਲ ਇੱਕ ਪਤਾੜ ਬਾਲਣ ਨਹੀਂ ਹੈ ਤੇ ਇਹ ਬੇਟਾ ਜੀ ਗਲਤ ਹੈ ਕਿਉਂਕਿ ਉਹ ਇੱਕ ਪਤਾੜ ਬਾਲਣ ਹੈ। ਪਥਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਨੇ, ਬਿਲਕੁਲ ਗਲਤ। ਬੇਟਾ ਜੀ, ਪਥਾਟ ਬਾਲਣ ਬੇਸਿਕਲੀ ਕਿੱਦਾਂ ਬਣਦੇ ਨੇ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਪਥਾਟ ਬਾਲਣ ਜਿਹੜੇ ਹੈ ਕਿੱਦਾਂ ਬਣਦੇ ਨੇ, ਕਿੱਦਾਂ ਮ੍ਰਿਤ ਬਨਸਪਤੀ? ਬੇਟਾ ਜੀ, ਜਿਹੜੀ ਮ੍ਰਿਤ ਬਨਸਪਤੀ ਅੱਜ ਤੋਂ ਕਰੋੜਾਂ ਸਾਲ ਪਹਿਲੇ ਧਰਤੀ ਦੇ ਹੇਠਾਂ ਦੱਬੀ ਹੋਈ ਸੀ, ਕਰੋੜਾਂ ਸਾਲ ਪਹਿਲੇ, ਹਨਾ, ਉਹਨੂੰ ਕੀ ਕੀਤਾ ਗਿਆ ਜੀ? ਧਰਤੀ ਦੇ ਅੰਦਰ ਦੱਬੇ ਇਹ ਗਏ ਸਨ। ਅਜਿਹਾ ਵਿਚਾਰ ਹੈ ਕਿ ਕਰੋੜਾਂ ਸਾਲ ਪਹਿਲੇ ਭੂਚਾਲ ਤੇ ਜਵਾਲਾਮੁਖੀ ਆਏ। ਕੀ ਆਏ ਜੀ? ਭੂਚਾਲ ਤੇ ਜਵਾਲਾਮੁਖੀ, ਠੀਕ ਹੈ। ਫਿਰ ਕੀ ਹੋਇਆ ਜੀ? ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਭੂਚਾਲ ਤੇ ਜਵਾਲਾਮੁਖੀ ਆ ਗਏ ਤਾਂ ਉਹਨਾਂ ਕਾਰਨ ਜਿਹੜੀ ਰੁੱਖ ਧਰਤੀ ਦੀ ਸਤ੍ਹਾ ਤੇ ਹੇਠਾਂ ਦੱਬ ਗਏ ਅਤੇ ਮਿੱਟੀ ਦੀ ਰੇਤ ਨਾਲ ਢੱਕ ਗਏ। ਉਸ ਤੋਂ ਬਾਅਦ ਕੀ ਹੋਇਆ? ਧਰਤੀ ਦੇ ਅੰਦਰ ਉੱਚ ਦਾਬ ਤੇ ਉੱਚ ਤਾਪ ਹਵਾ ਪੈਦਾ ਹੋਈ। ਉੱਚ ਦਾਬ ਤੇ ਉਦਾਬ ਯਾਨੀ ਪ੍ਰੈਸ਼ਰ ਤੇ ਉੱਚ ਹਵਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਵਾ ਦੇ ਗੈਰ ਮੌਜੂਦਗੀ ਕਰਕੇ ਇਹ ਜਿਹੜੀਆਂ ਦਬੀਆਂ ਹੋਈਆਂ ਚੀਜ਼ਾਂ ਹੌਲੀ ਹੌਲੀ ਕਿਹਦੇ 'ਚ ਬਦਲ ਗਈਆਂ ਜੀ? ਕੋਲੇ 'ਚ ਬਦਲ ਗਈਆਂ ਅਤੇ ਹੈ ਨਾ, ਤੇ ਕੋਲੇ 'ਚ ਬਦਲ ਗਈਆਂ। ਕਰੋੜਾਂ ਸਾਲ ਦਾ ਇਹਨੂੰ ਸਮਾਂ ਲੱਗ ਗਿਆ ਇਸ ਨੂੰ, ਠੀਕ ਹੈ ਨਾ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਫੋਸਿਲ
ਜਿਹੜੇ ਬਾਲਣ ਹੈ ਅਸੀਂ ਲੈਬੋਰਟਰੀ 'ਚ ਬਣਾ ਸਕੀਏ ਕਿ ਕਰੋੜਾਂ ਸਾਲ ਪੋਸੀਬਲ ਹੀ ਨਹੀਂ ਹੈ ਕਿ ਇਹ ਲੈਬ ਦੇ ਵਿੱਚ ਬਣ ਸਕਣ। ਅਗਲਾ ਕੁਐਸਚਨ ਮੈਂ ਰਿਵੀਜ਼ਨ ਟੈਸਟ ਬਹੁਤ ਵਾਰੀ ਕਰਾਇਆ ਸੀ ਔਰ ਪੇਪਰ 'ਚੋਂ ਹੀ ਆਇਆ ਬੇਟਾ ਜੀ 2 ਨੰਬਰ ਦਾ ਕੁਐਸਚਨ ਹੈ, ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ 2 ਨੰਬਰ ਐਗਜ਼ਾਮੀਨਰ ਕੋ ਕਿੱਦਾਂ ਲੈਣੇ ਹੈ। ਧਾਤਾਂ ਤੇ ਅਧਾਤਾਂ ਦੇ ਭੌਤਿਕ ਗੁਣਾਂ ਦਾ ਅੰਤਰ ਲਿਖੋ। ਤਾਂ ਤੁਸੀਂ ਬਹੁਤ ਈਜ਼ੀਲੀ ਸਭ ਤੋਂ ਪਹਿਲੇ ਤਾਂ ਲਾਈਨ ਮਾਰ ਸਕਦੇ ਸੀ, ਠੀਕ ਹੈ ਜੀ। ਲਾਈਨ ਮਾਰ ਕੇ ਤੁਸੀਂ ਇੱਕ ਪਾਸੇ ਮੈਟਲਸ ਲਿਖ ਸਕਦੇ ਸੀ, ਇੱਕ ਪਾਸੇ ਕੀ ਲਿਖ ਸਕਦੇ ਸੀ, ਨੌਨ ਮੈਟਲਸ। ਇੱਕ ਪਾਸੇ ਮੈਟਲਸ ਤੇ ਇੱਕ ਪਾਸੇ ਨੌਨ ਮੈਟਲਸ, ਯਾਨੀ ਇੱਕ ਪਾਸੇ ਤੁਸੀਂ ਕੀ ਲਿਖ ਸਕਦੇ ਸੀ, ਧਾਤਾਂ, ਤੇ ਦੂਜੇ ਪਾਸੇ ਤੁਸੀਂ ਕੀ ਲਿਖ ਸਕਦੇ ਸੀ, ਅਧਾਤਾਂ, ਠੀਕ ਹੈ ਜੀ। ਹੁਣ ਧਾਤਾਂ ਵਾਲੇ ਪਾਸੇ ਤੁਸੀਂ ਲਿਖ ਸਕਦੇ ਸੀ ਇਹ ਤਕਰੀਬਨ ਠੋਸ ਹੁੰਦੀਆਂ ਨੇ, ਜਦਕਿ ਇੱਧਰ ਤੁਸੀਂ ਕੀ ਲਿਖ ਸਕਦੇ ਸੀ, ਇਹ ਤਕਰੀਬਨ ਗੈਸ ਅਤੇ ਦਰਵ ਹੁੰਦੀਆਂ ਨੇ, ਠੀਕ ਹੈ ਜੀ। ਅਗਲਾ ਪੁਆਇੰਟ ਤੁਸੀਂ ਦੇ ਸਕਦੇ ਸੀ ਕਿ ਇਹ ਖਿਚੀਨਯੋਗ ਹੁੰਦੀਆਂ ਨੇ, ਵੈਰੀ ਇੰਪੋਰਟੈਂਟ ਪੁਆਇੰਟ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਡਕਟਾਈਲ ਇਨ ਨੇਚਰ, ਤੇ ਜਦਕਿ ਇਹ ਕੀ ਹੁੰਦੀਆਂ ਜੀ, ਨਹੀਂ ਹੁੰਦੀਆਂ। ਅਗਲਾ ਪੁਆਇੰਟ ਤੁਸੀਂ ਦੇ ਸਕਦੇ ਸੀ ਇਹ ਕੁਟੀਨਯੋਗ ਹੁੰਦੀਆਂ ਨੇ ਧਾਤਾਂ, ਹਨਾ ਜੀ, ਔਰ ਜਦਕਿ ਇਹਦਾ ਆਪਾਂ ਕੀ ਕਹਿ ਸਕਦੇ ਸੀ, ਇਹ ਕੁਟੀਨਯੋਗ ਨਹੀਂ ਹੁੰਦੀਆਂ। ਫੋਰਥ ਪੁਆਇੰਟ ਤੁਸੀਂ ਇਹ ਕਹਿ ਸਕਦੇ ਸੀ ਕਿ ਧਾਤਾਂ ਬਿਜਲੀ ਦਾ ਸੁਚਾਲਕ ਹੁੰਦੀਆਂ ਨੇ, ਜਦਕਿ ਧਾਤਾਂ ਬਿਜਲੀ ਦਾ ਕੁਚਾਲਕ ਹੁੰਦੀਆਂ। ਬੇਟਾ ਜੀ ਜੇ ਤਾਂ ਤੁਸੀਂ ਇੱਥੇ ਉਹ ਦੇ ਦਿੰਦੇ ਐਕਸੈਪਸ਼ਨਸ, ਤਾਂ ਕੋਈ ਐਡੀ ਖਾਸ ਗੱਲ ਨਹੀਂ ਹੈ, ਮਤਲਬ ਜੇ ਤੁਸੀਂ 4 ਪੁਆਇੰਟਸ ਵੀ ਦੇ ਦਿੰਦੇ ਤਾਂ ਤੁਹਾਨੂੰ ਫੁੱਲ ਮਾਰਕਸ ਮਿਲਨੇ ਸੀ। ਚਲੋ 9th ਕੁਐਸਚਨ ਵੀ ਤੁਹਾਡਾ ਡਿਸਕਸ ਹੋ ਗਿਆ। 10th ਕੁਐਸਚਨ, ਕਿਹੜੀ ਧਾਤ ਕਮਰੇ ਦੇ ਤਾਪਮਾਨ ਤੇ ਦਰਵ ਅਵਸਥਾ 'ਚ ਹੁੰਦੀ ਹੈ, ਬਹੁਤ ਵਾਰੀ ਕਰਵਾਇਆ ਗਿਆ। ਵਿਚ ਮੈਟਲ ਇਜ਼ ਫਾਊਂਡ ਇਨ ਲਿਕੁਇਡ ਸਟੇਟ ਐਟ ਰੂਮ ਟੈਂਪਰੇਚਰ, ਤਾਂ ਇਹਦਾ ਆਂਸਰ ਕੀ ਆਣਾ ਸੀ, ਮਰਕਰੀ, ਜਿਹਦਾ ਸਿੰਬਲ ਕੀ ਹੈ, Hg, ਠੀਕ ਹੈ ਜੀ। ਪੰਜਾਬੀ 'ਚ ਵੀ ਤੁਸੀਂ ਲਿਖ ਸਕਦੇ ਹੋ ਮਰਕਰੀ, ਠੀਕ ਹੈ। ਪਾਰਾ ਕਹਿੰਦੇ ਆ ਜੀ ਇਹਨੂੰ ਬੇਸਿਕਲੀ, ਜਿਹੜਾ ਕਿ ਥਰਮਾਮੀਟਰ 'ਚ ਵੀ ਮਿਲਦਾ ਹੈ। ਕਿਹੜੀ ਧਾਤ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ, ਤੇ ਇਹਦਾ ਵੀ ਤੁਸੀਂ ਉਦਾਹਰਨ ਦੇ ਸਕਦੇ ਸੀ, ਸੋਡੀਅਮ ਅਤੇ ਪੋਟਾਸ਼ੀਅਮ। ਇਹਦੀ ਕੀ ਉਦਾਹਰਨ ਸੀ, ਸੋਡੀਅਮ ਅਤੇ ਪੋਟਾਸ਼ੀਅਮ। ਇਹਨੂੰ ਤੁਸੀਂ ਕੀ ਕਹਿ ਸਕਦੇ ਸੀ, ਸੋਡੀਅਮ ਅਤੇ ਪੋਟਾਸ਼ੀਅਮ। ਇੰਗਲਿਸ਼ 'ਚ ਇਹਦੀ ਸਟੇਟਮੈਂਟ ਹੈ ਕਿ ਵਿਚ ਆਫ ਦਾ ਮੈਟਲ ਕੈਨ ਬੀ ਕੱਟ ਵਿਦ ਦਾ ਹੈਲਪ ਆਫ ਨਾਈਫ। ਅਲਮੀਨੀਅਮ ਫੋਇਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾ ਸਕਦੀ ਹੈ, ਕਾਰਨ ਦੱਸੋ। ਵੈਰੀ ਇੰਪੋਰਟੈਂਟ ਬੇਟਾ ਜੀ, ਜਦੋਂ ਤੁਸੀਂ ਅਲਮੀਨੀਅਮ ਦੀ ਫੋਇਲ ਨੂੰ ਜਿਹੜੀ ਹੈ ਲਪੇਟਦੇ ਹੋ ਨਾ, ਅਲਮੀਨੀਅਮ ਦੀ ਫੋਇਲ ਦੇ ਨਾਲ ਤੁਸੀਂ ਭੋਜਨ ਲਪੇਟਦੇ ਹੋ। ਕਿਉਂ ਲਪੇਟਦੇ ਹੋ, ਕਿਉਂਕਿ ਸਭ ਤੋਂ ਪਹਿਲੇ ਤੇ ਗੱਲ ਹੈ ਬੇਟਾ ਜੀ ਕਿ ਜਿਹੜੀ ਵੀ ਚੀਜ਼ ਅਸੀਂ ਭੋਜਨ ਲਪੇਟੀਏ ਉਹ ਚੀਜ਼ ਸਾਡੇ ਭੋਜਨ ਨੂੰ ਇਫੈਕਟ ਨਾ ਕਰੇ, ਯਾਨੀ ਕਿ ਜ਼ਹਿਰੀਲਾ ਨਾ ਬਣਾ ਦੇ, ਠੀਕ ਹੈ ਨਾ। ਤੇ ਫਿਰ ਆਪਾਂ ਕੀ ਕਹੀਏ, ਉਸ ਨੂੰ ਆਪਾਂ ਕੀ ਕਹੀਏ, ਜਦੋਂ ਆਪਾਂ ਭੋਜਨ ਨੂੰ, ਹਨਾ, ਤੇ ਉਹੀ ਕਿ ਕਿੱਦਾਂ ਅਲਮੀਨੀਅਮ ਜਿਹੜੀ ਹੈ ਭੋਜਨ ਦੇ ਨਾਲ ਨਹੀਂ ਰਿਐਕਟ ਕਰਦਾ, ਕਿੱਦਾਂ ਉਹ ਬਣਾਉਂਦਾ ਹੈ, ਕਿੱਦਾਂ ਉਹ ਕੀ ਕਹਿੰਦੇ, ਅਲਮੀਨੀਅਮ ਇੱਕ ਧਾਤ ਹੈ, ਸਭ ਤੋਂ ਪਹਿਲੇ ਤਾਂ ਸਾਨੂੰ ਇਹ ਗੱਲ ਪਤਾ ਹੈ। ਹੁਣ ਜੇ ਇਹ ਧਾਤਾਂ ਹੈ ਤੇ ਇੱਥੇ ਆਪਾਂ ਅਲਮੀਨੀਅਮ ਦੀ ਉਦਾਹਰਨ ਲਈ ਆਪਾਂ ਲਿਖਿਆ ਕਿ ਅਲਮੀਨੀਅਮ ਦੇ ਜਿਹੜੇ ਹੈ, ਸਭ ਤੋਂ ਪਹਿਲੇ ਤਾਂ ਅਲਮੀਨੀਅਮ ਕੀ ਹੈ ਜੀ, ਧਾਤ ਹੈ। ਸਭ ਤੋਂ ਪਹਿਲੇ ਤੁਸੀਂ ਲਿਖ ਸਕਦੇ ਹੋ ਅਲਮੀਨੀਅਮ ਇੱਕ ਧਾਤ ਹੈ, ਔਰ ਇਹਦਾ ਪੂਰਾ ਆਂਸਰ ਐਜ਼ ਸੱਚ ਮੈਂ ਤੁਹਾਨੂੰ ਲਗਾਉਂਦੀ ਹਾਂ ਕਿ ਅਲਮੀਨੀਅਮ ਇਜ਼ ਅ ਮੈਟਲ। ਦੇਅਰਫੋਰ ਇਹਦੀ ਕੋਈ ਪ੍ਰੋਪਰਟੀ ਕੀ ਹੈ ਜੀ, ਅਲਮੀਨੀਅਮ ਕੋਈ ਪ੍ਰੋਪਰਟੀ ਹੈਗੀ ਜਿਹੜੀ ਇਹਨੂੰ ਆਪਾਂ ਖਿਚੀਨਯੋਗਸ਼ੀਲ ਹੈ, ਹਨਾ। ਅਲਮੀਨੀਅਮ ਕੀ ਹੈ ਬੇਸਿਕਲੀ ਜੀ, ਅਲਮੀਨੀਅਮ ਖਿਚੀਨਯੋਗ ਹੈ, ਹਨਾ, ਖਿਚੀਨਯੋਗ ਹੈ, ਠੀਕ ਹੈ ਜੀ। ਖਿਚੀਨਯੋਗ ਹੈ, ਅਲਮੀਨੀਅਮ ਕੀ ਹੈ, ਖਿਚੀਨਯੋਗ ਹੈ। ਦੂਜੀ ਗੱਲ, ਹਵਾ ਤੇ ਪਾਣੀ ਨਾਲ ਕਿਰਿਆ ਨਹੀਂ ਕਰਦਾ, ਹਵਾ ਤੇ ਪਾਣੀ ਨਾਲ ਕਿਰਿਆਸ਼ੀਲ ਨਹੀਂ ਹੈ, ਹਵਾ ਤੇ ਪਾਣੀ ਨਾਲ ਜਿਹੜਾ ਹੈ ਇਹ ਕਿਰਿਆਸ਼ੀਲ ਨਹੀਂ ਹੈ। ਫਿਰ ਕੀ ਹੈ ਜੀ, ਕਿਰਿਆਸ਼ੀਲ ਨਹੀਂ ਹੈ, ਇਸ ਲਈ ਅਲਮੀਨੀਅਮ ਦੀ ਪੱਤੀ ਦੀ ਵਰਤੋਂ ਅਸੀਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕਰ ਸਕਦੇ ਹਾਂ, ਠੀਕ ਹੈ ਨਾ। ਖਿਚੀਨਯੋਗ ਹੈ, ਯਾਨੀ ਕਿ ਆਪਾਂ ਇਹਦੀ ਜਿਹੜੀ ਵਰਤੋਂ ਹੈ ਆਪਾਂ ਕੀ ਕਰ ਸਕਦੇ ਹਾਂ ਜੀ, ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ ਐਜ਼ ਕੀ ਕਹਿੰਦੇ, ਖਿਚੀਨਯੋਗ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਇਹਨਾਂ ਨੂੰ ਇਹਦੀਆਂ ਸ਼ੀਟਸ ਬਣਾਉਣ 'ਚ, ਠੀਕ ਹੈ। ਔਰ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਬੇਟਾ ਜੀ, ਇਹਦੀਆਂ ਸ਼ੀਟਸ ਆਪਾਂ ਜਿਹੜੀਆਂ ਹੈ ਉਹ ਬਣਾ ਸਕਦੇ ਹਾਂ, ਠੀਕ ਹੈ। ਚਲੋ ਜੀ ਅੱਗੇ ਕੀ ਕਰ ਸਕਦੇ ਹਾਂ ਕਿ ਆਪਾਂ ਅਗਲਾ ਕੁਐਸਚਨ ਜਿਹੜਾ ਹੈ ਡਿਸਕਸ ਕਰ ਸਕਦੇ ਹਾਂ ਕਿ CNG ਅਤੇ LPG ਨੂੰ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ। ਵੈਰੀ ਇੰਪੋਰਟੈਂਟ, CNG ਅਤੇ LPG ਨੂੰ ਜਿਹੜੇ ਫੋਸਿਲ ਫਿਊਲਸ ਹੈ, ਜਿਹੜੇ ਅੱਛੇ ਫਿਊਲਸ ਹੈ, ਇਹਨਾਂ ਨੂੰ ਬਾਲਣ ਦੇ ਰੂਪ 'ਚ ਅਸੀਂ ਕਿਉਂ ਇਹਦੀ ਵਰਤੋਂ ਕਰਦੇ ਹਾਂ। CNG ਅਤੇ LPG ਦੀ ਜਿੰਨੇ ਪੁਆਇੰਟਸ ਵੀ ਤੁਸੀਂ ਲਿਖ ਸਕਦੇ ਹੋ ਕਿ ਇਹ ਜਿਹੜੇ ਵੀ ਹੈ ਇਹ ਬਲਦੇ ਨੇ ਕਿੱਦਾਂ। ਪਹਿਲੇ ਨੰਬਰ 'ਤੇ ਤਾਂ ਤੁਸੀਂ ਇਹਦੇ ਪੁਆਇੰਟਸ ਲਿਖੋ, ਕਿ ਇਹਦੇ ਪੁਆਇੰਟਸ ਬਣਾ ਲਓ ਤੁਸੀਂ। ਫਸਟ ਨੰਬਰ 'ਤੇ ਯੂ ਪੀਪਲ ਰਾਈਟ ਹੇਅਰ ਕਿ ਜਿਹੜਾ LPG ਹੈ ਜਾਂ CNG ਉਹਨਾਂ ਨੂੰ ਵਧੀਆ ਬਾਲਣ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦਾ ਜਿਹੜਾ ਹੈ ਇਹ ਕੈਲੋਰੀ ਮਾਨ, ਇਸ ਦਾ ਜਿਹੜਾ ਕੈਲੋਰੀ ਮਾਨ ਵੱਧ ਹੈ, ਠੀਕ ਹੈ ਜੀ, ਕੈਲੋਰੀ ਮਾਨ ਵੱਧ ਹੈ।
ਦੂਜਾ ਆਪਾਂ ਲਿਖ ਸਕਦੇ ਹਾਂ ਇਸ ਦੀ ਲਾਟ ਧੂਆਂ ਰਹਿਤ ਹੈ। ਇਸ ਦੀ ਲਾਟ ਕੀ ਹੈ ਜੀ? ਧੂਆਂ ਰਹਿਤ। ਇਸ ਦੀ ਲਾਟ ਕੀ ਹੈ ਜੀ? ਧੂਆਂ ਰਹਿਤ। ਠੀਕ ਹੈ ਜੀ। ਹੈ ਅਤੇ ਪ੍ਰਦੂਸ਼ਣ ਨਹੀਂ ਫੈਲਾਉਂਦੀ। ਅਤੇ ਪ੍ਰਦੂਸ਼ਣ ਨਹੀਂ ਫੈਲਾਉਂਦੀ। ਇਸ ਦੀ ਅਤੇ ਪ੍ਰਦੂਸ਼ਣ ਨਹੀਂ ਫੈਲਾਉਂਦੀ। ਠੀਕ ਹੈ, ਬਿਲਕੁਲ ਆਪਾਂ ਇਹ ਗੱਲਾਂ ਲਿਖ ਸਕਦੇ ਹਾਂ। ਉਸ ਤੋਂ ਬਾਅਦ ਜੀ ਤੀਜੇ ਨੰਬਰ ਤੇ ਅਸੀਂ ਲਿਖ ਸਕਦੇ ਹਾਂ ਕਿ ਇਹਨਾਂ ਦਾ ਜ਼ਰਾ ਐਜ਼ ਕੰਪੈरेटिव ਦੂਜੇ ਜਿਹੜਾ ਹੈ ਇਹ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਕਰਦੇ। ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਕਰਦੇ। ਠੀਕ ਹੈ, ਔਰ ਲਾਸਟ ਅਸੀਂ ਲਿਖ ਸਕਦੇ ਹਾਂ ਇਹ ਇੱਕ ਸਾਫ਼ ਬਾਲਣ ਹੈ। ਠੀਕ ਹੈ, ਸਾਫ਼ ਬਾਲਣ ਹੈ। ਜੇ ਤੁਸੀਂ ਇੰਨੇ ਪੁਆਇੰਟਸ ਲਿਖ ਦੋ ਤਾਂ ਯੂ ਗੈਟ ਦਾ ਫੁੱਲ ਮਾਰਕਸ। ਠੀਕ ਹੈ, 2 ਨੰਬਰ ਦਾ 4 ਪੁਆਇੰਟ ਸਫੀਸ਼ੀਐਂਟ ਹੈ। ਲਾਸਟ ਹੈ ਜੀ ਕੋਕ ਦੀ ਗੁਣ ਅਤੇ ਵਰਤੋਂ ਦਾ ਵਰਣਨ ਕਰੋ। ਉਹਦੇ ਗੁਣ ਵੀ ਦੱਸਣੇ ਆ ਤਾਂ ਤੁਸੀਂ ਉਹਦੀ ਵਰਤੋਂ ਦਾ ਵੀ ਵਰਣਨ ਕਰਨਾ। ਤਾਂ ਬੇਟਾ ਜੇ ਮੈਂ ਗੁਣ ਦੀ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੈ ਕਿ ਇਟ ਇਜ਼ ਹਾਰਡ, ਕਠੋਰ ਹੁੰਦਾ ਹੈ। ਠੀਕ ਹੈ, ਹੋਰ ਕੀ ਹੁੰਦਾ ਜੀ? ਮੁਸਾਮਾਦਾਰ। ਠੀਕ ਹੈ, ਕਾਲੇ ਰੰਗ ਦਾ ਹੈ, ਬਲੈਕ ਇਨ ਕਲਰ। ਤੇ ਜੇ ਮੈਂ ਯੂਜ਼ਸ ਦੀ ਗੱਲ ਕਰਾਂ, ਬੇਸਿਕਲੀ ਆਰਟੀਫਿਸ਼ੀਅਲ ਗ੍ਰੇਫਾਈਟ ਬਣਾਉਣ ਲਈ ਕੰਮ ਆਉਂਦਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਬਨਾਉਟੀ ਗ੍ਰੇਫਾਈਟ। ਠੀਕ ਹੈ, ਬਣਾਉਣ ਦੇ ਕੰਮ ਆਉਂਦਾ ਹੈ। ਉਸ ਤੋਂ ਬਾਅਦ ਜੀ ਪਾਣੀ ਗੈਸ ਅਤੇ ਉਤਪਾਦਨ ਗੈਸ ਲਈ ਸਹਾਇਕ ਹੈ। ਪਾਣੀ ਗੈਸ ਤੇ ਉਤਪਾਦਨ ਗੈਸ ਲਈ ਸਹਾਇਕ ਹੈ। ਠੀਕ ਹੈ ਜੀ, ਹੋਰ ਵੀ ਤੁਸੀਂ ਲਿਖ ਸਕਦੇ ਹੋ ਕਿ ਕਾਪਰ, ਲੋਹਾ, ਜ਼ਿੰਕ, ਲੈਡ ਆਦਿ ਕੱਚੀਆਂ ਧਾਤਾਂ ਦੇ ਨਿਸ਼ਕਰਸ਼ਣ 'ਚ ਕੰਮ ਆਉਂਦਾ, ਰਿਫਾਈਨਿੰਗ 'ਚ ਕੰਮ ਆਉਂਦਾ। ਉਹ ਬੇਟਾ ਜੀ ਤੁਸੀਂ ਅਗਰ 2 ਨੰਬਰ ਦਾ ਕੁਐਸਚਨ ਹੈ, 3 ਨੰਬਰ ਦਾ ਕੁਐਸਚਨ ਹੈ ਤਾਂ ਤੁਸੀਂ ਇਹ ਦੋਨੋਂ ਪੁਆਇੰਟਸ ਜਿਹੜੇ ਹੈ ਮੈਂ ਮੈਂਸ਼ਨ ਕਰਨੇ। ਕਠੋਰ, ਮੁਸਾਮਾਦਾਨ ਅਤੇ ਕਾਲੇ ਰੰਗ ਦਾ ਬਨਾਉਟੀ ਗ੍ਰੇਫਾਈਟ ਬਣਾਉਣ ਦੇ ਕੰਮ ਆਉਂਦਾ ਹੈ। ਪਾਣੀ ਅਤੇ ਗੈਸ ਅਤੇ ਉਤਪਾਦਨ ਗੈਸ ਲਈ ਸਹਾਇਕ ਹੈ। ਜੋ ਵੀ ਪੁਆਇੰਟਸ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ, ਜੋ ਕਿ ਬਹੁਤ ਇੰਪੋਰਟੈਂਟ ਹੈ। ਸੋ ਬੇਟਾ ਜੀ ਇਹ ਤੁਹਾਡਾ ਸੋਲਿਊਸ਼ਨ ਸੀ 15 ਜਨਵਰੀ ਦੇ ਵੀਕਲੀ ਟੈਸਟ ਦਾ। ਇਹ ਵੀ ਬਹੁਤ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਇਹਦੇ ਨਾਲ ਹੀ ਤੁਸੀਂ ਫਾਈਨਲ ਪੇਪਰ 'ਚ ਜਿਹੜੀਆਂ ਗਲਤੀਆਂ ਨਹੀਂ ਕਰਨੀਆਂ ਉਹ ਦੱਸਣੀਆਂ ਹੈ। ਮਿਲਦੇ ਹਾਂ ਤੁਹਾਡੇ ਨਾਲ ਅਗਲੇ ਲੈਕਚਰ 'ਚ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।